ਹੈਲੋ ਫਰੈਂਡਸ, ਵੈਲਕਮ ਟੂ ਮੈਗਨੀਫੀਸੈਂਟ ਲਰਨਿੰਗ। ਸੋ ਅੱਜ ਆਪਾਂ ਕੈਮੀਕਲ ਰਿਐਕਸ਼ਨ ਐਂਡ ਇਕੁਏਸ਼ਨ ਜੋ ਚੈਪਟਰ ਹੈ ਐਨਸੀਈਆਰਟੀ ਜੋ ਮੈਂ ਤਿਆਰ ਕੀਤਾ ਹੈ ਉਸ ਨੂੰ ਰੀਡ ਕਰਾਂਗੇ ਤੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਕੁਐਸਚਨਸ ਨੂੰ ਡਿਸਕਸ ਕਰਾਂਗੇ। ਹੋ ਸਕਦਾ ਕਿ ਇਸੇ ਵੀਡੀਓ ਦੇ ਵਿੱਚ ਕੁਐਸਚਨਸ ਨੂੰ ਡਿਸਕਸ ਕਰ ਲਈਏ, ਠੀਕ ਹੈ ਜੀ। ਸੋ ਬਿਲਕੁਲ ਟੈਨਸ਼ਨ ਨਹੀਂ ਲੈਣੀ ਹੈ ਕਿ ਇੰਗਲਿਸ਼ ਮੀਡੀਅਮ ਵਾਲੇ ਨੂੰ ਤੇ ਪੰਜਾਬੀ ਮੀਡੀਅਮ ਵਾਲੇ ਦੋਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਮੈਂ ਵੀਡੀਓ ਤਿਆਰ ਕੀਤੀ ਹੈ। ਸੋ ਬਿਲਕੁਲ ਤੁਸੀਂ ਟੈਨਸ਼ਨ ਲੈਣੀ, ਦੋਨਾਂ ਹੀ ਲੈਂਗੁਏਜਸ ਦੇ ਵਿੱਚ ਤੁਹਾਨੂੰ ਸਮਝਾਇਆ ਜਾਏਗਾ। ਬਾਇਲਿੰਗੁਅਲ ਆਪਾਂ ਮੈਥਡ ਦੇ ਨਾਲ ਚੱਲਾਂਗੇ। ਸੋ ਹੁਣ ਇਹ ਆਪਣਾ ਚੈਪਟਰ ਹੈਗਾ ਰਸਾਇਣਿਕ ਕਿਰਿਆਵਾਂ ਅਤੇ ਸਮੀਕਰਨਾਂ। ਹੁਣ ਸਭ ਤੋਂ ਪਹਿਲੇ ਸਮਝਣਾ ਇਹ ਹੈ ਵੀ ਆਖਿਰਕਾਰ ਰਸਾਇਣਿਕ ਕੀ ਹੁੰਦਾ ਹੈ, ਰਸਾਇਣਿਕ ਕਿਰਿਆਵਾਂ ਕੀ ਹੁੰਦੀਆਂ ਅਤੇ ਰਸਾਇਣਿਕ ਪਰਿਵਰਤਨ ਕੀ ਹੁੰਦਾ ਹੈ। ਤੁਸੀਂ ਆਪਣੇ ਆਲੇ ਦੁਆਲੇ ਦੇ ਵਿੱਚ ਨਿਗਾਹ ਮਾਰੋ, ਤੁਸੀਂ ਦੇਖੋਗੇ ਕਿ ਜਦੋਂ ਗਰਮੀਆਂ ਦੇ ਵਿੱਚ ਆਪਾਂ ਦੁੱਧ ਨੂੰ ਇਸੇ ਤਰੀਕੇ ਦੇ ਨਾਲ ਖੁੱਲ੍ਹਾ ਛੱਡ ਦਿੰਦੇ ਤਾਂ ਕੀ ਹੋ ਜਾਂਦਾ ਹੈ, ਆਪਾਂ ਫਰਿੱਜ ਨਹੀਂ ਰੱਖਦੇ, ਖਰਾਬ ਹੋ ਜਾਂਦਾ ਹੈ ਨਾ। ਜਾਂ ਫਿਰ ਲੋਹੇ ਦੀ ਕੋਈ ਚੀਜ਼ ਹੈ ਉਹਨੂੰ ਕੀ ਜੰਗ ਲੱਗ ਜਾਂਦੀ ਹੈ, ਆਪਾਂ ਕੋਈ ਭੋਜਨ ਪਚਾਉਂਦੇ ਹਾਂ, ਆਪਣਾ ਸਰੀਰ ਭੋਜਨ ਨੂੰ ਪਚਾ ਲੈਂਦਾ ਹੈ, ਆਪਾਂ ਸਾਹ ਲੈਂਦੇ ਹਾਂ। ਇਹ ਸਾਰੀਆਂ ਹੀ ਚੀਜ਼ਾਂ ਜੋ ਵਾਪਰ ਰਹੀਆਂ ਨੇ, ਇਹ ਸਭ ਕਿਉਂ ਵਾਪਰ ਰਹੀਆਂ? ਕਿਉਂਕਿ ਰਸਾਇਣਿਕ ਪਰਿਵਰਤਨ ਹੋ ਰਹੇ ਨੇ। ਹੁਣ ਆਪਾਂ ਨੂੰ ਪਤਾ ਕਿਵੇਂ ਲੱਗੇਗਾ ਕਿ ਰਸਾਇਣਿਕ ਪਰਿਵਰਤਨ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ, ਹੈ ਨਾ ਜੀ। ਕਿਸੇ ਵੀ 4 ਪੁਆਇੰਟ ਮੈਂ ਤੁਹਾਨੂੰ ਦੱਸਿਆ ਵੀ ਰਸਾਇਣਿਕ ਪਰਿਵਰਤਨ ਕਦੋਂ ਮੰਨਿਆ ਜਾਂਦਾ ਹੈ। ਰਸਾਇਣਿਕ ਪਰਿਵਰਤਨ ਆਪਾਂ ਉਦੋਂ ਕਹਾਂਗੇ ਜਦੋਂ ਅਵਸਥਾ ਦੇ ਵਿੱਚ ਪਰਿਵਰਤਨ ਆ ਜਾਂਦਾ ਹੈ। ਸਪੋਜ਼ ਜੋ ਇੱਕ ਬ੍ਰੈਡ ਹੈ, ਠੀਕ ਹੈ, ਉਸ ਨੂੰ ਉੱਲੀ ਲੱਗ ਜਾਂਦੀ ਹੈ, ਉਸ ਦੀ ਅਵਸਥਾ ਚੇਂਜ ਹੋ ਜਾਂਦੀ ਹੈ। ਰੰਗ ਦੇ ਵਿੱਚ ਪਰਿਵਰਤਨ ਆ ਜਾਂਦਾ ਹੈ। ਆਟਾ ਹੈ, ਗੁੰਨਿਆ ਹੋਇਆ ਆਟਾ, ਉਸਦਾ ਜਦੋਂ ਖਰਾਬ ਹੁੰਦਾ ਤਾਂ ਉਸਦਾ ਕਲਰ ਚੇਂਜ ਹੋ ਜਾਂਦਾ ਹੈ, ਕਾਲਾ ਹੋਣਾ ਸ਼ੁਰੂ ਹੋ ਜਾਂਦਾ ਹੈ, ਰੰਗ ਦੇ ਵਿੱਚ ਪਰਿਵਰਤਨ ਆ ਜਾਂਦਾ ਹੈ, ਠੀਕ ਹੈ ਜੀ। ਗੈਸ ਦੀ ਉਤਪਤੀ ਜਾਂ ਫਿਰ ਕੋਈ ਸਮੈਲ ਸੜਨ ਦੀ ਹੈ ਨਾ, ਕੋਈ ਸਮੈਲ ਆ ਸਕਦੀ ਆ, ਲਾਈਕ ਜਿਵੇਂ ਖਾਣਾ ਸੜਦਾ ਹੈ ਤਾਂ ਸਮੈਲ ਆਉਂਦੀ ਹੈ ਅਜੀਬ ਤਰੀਕੇ ਦੀ, ਜਾਂ ਫਿਰ ਕੋਈ ਕੈਮੀਕਲ ਰਿਐਕਸ਼ਨ ਹੁੰਦੀ ਹੈ ਤਾਂ ਕਈ ਤਰੀਕੇ ਦੀ ਗੈਸਾਂ ਪ੍ਰੋਡਿਊਸ ਹੁੰਦੀਆਂ ਨੇ, ਲਾਈਕ ਕਾਰਬਨ ਡਾਈਆਕਸਾਈਡ, ਨਾਈਟ੍ਰੋਜਨ, ਇਸ ਤਰੀਕੇ ਦੀਆਂ। ਜਾਂ ਫਿਰ ਤਾਪਮਾਨ ਦੇ ਵਿੱਚ ਪਰਿਵਰਤਨ ਆ ਜਾਂਦਾ ਹੈ। ਸੋ ਇਹ 4 ਕਾਰਨ ਨੇ ਜਿਨ੍ਹਾਂ ਤੋਂ ਆਪਾਂ ਪਤਾ ਕਰ ਸਕਦੇ ਹਾਂ ਵੀ ਰਸਾਇਣਿਕ ਕਿਰਿਆ ਹੋਈ ਹੈ ਜਾਂ ਨਹੀਂ ਹੋਈ, ਠੀਕ ਹੈ ਜੀ। ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕੀ ਡਿਸਕਸ ਕਰਨਾ ਹੈ, ਰਸਾਇਣਿਕ ਕਿਰਿਆਵਾਂ ਕੀ ਹੁੰਦੀਆਂ ਨੇ, ਅਲੱਗ-ਅਲੱਗ ਤਰੀਕੇ ਦੀ ਰਸਾਇਣਿਕ ਕਿਰਿਆਵਾਂ ਨੇ, ਜਿਵੇਂ ਸਕੈਲਟਲ ਕੈਮੀਕਲ ਰਿਐਕਸ਼ਨ ਕੀ ਹੈ, ਕੰਬੀਨੇਸ਼ਨ ਰਿਐਕਸ਼ਨ ਯਾਨੀ ਕਿ ਸੰਯੋਜਨ ਕਿਰਿਆ ਕਿਹੜੀ ਹੈ। ਇਹ ਜਿਹੜੀਆਂ ਵੀ ਸਾਰੀਆਂ ਕਿਰਿਆਵਾਂ ਨੇ ਇਹਨਾਂ ਦੇ ਬੇਸ 'ਤੇ ਈਟੀਟੀ ਪੇਪਰ 2 ਜੋ ਈਟੀਟੀ ਸੈਕਿੰਡ ਪੇਪਰ ਹੈ ਉਸ ਦੇ ਵਿੱਚ ਕੁਐਸਚਨ ਆ ਚੁੱਕੇ ਨੇ। 1 ਜਾਂ 2 ਕੁਐਸਚਨ ਜ਼ਰੂਰ ਆਉਣਗੇ, ਇਨਫੈਕਟ ਆਏ ਵੀ ਹੋਏ ਨੇ। ਮੈਂ ਤੁਹਾਨੂੰ ਅੱਗੇ ਚੱਲ ਕੇ ਦਿਖਾਵਾਂਗੀ ਕਿਹੜਾ ਕੁਐਸਚਨ ਆਇਆ ਹੋਇਆ। ਇਹਨਾਂ ਰਿਐਕਸ਼ਨਾਂ ਦੇ ਬੇਸ 'ਤੇ ਹੀ ਕੁਐਸਚਨ ਆਏ ਹੋਏ, ਠੀਕ ਹੈ ਜੀ। ਡੀਕੰਪੋਜੀਸ਼ਨ ਰਿਐਕਸ਼ਨ ਯਾਨੀ ਕਿ ਅਪਘਟਨ ਕਿਰਿਆ, ਡਿਸਪਲੇਸਮੈਂਟ ਰਿਐਕਸ਼ਨ ਕੀ ਹੁੰਦੀ ਹੈ, ਡਬਲ ਡਿਸਪਲੇਸਮੈਂਟ, ਦੋਨੋਂ ਹੀ ਲੈਂਗੁਏਜਸ ਦੇ ਵਿੱਚ ਸਮਝਾਵਾਂਗੀ। ਰਿਡੌਕਸ ਰਿਐਕਸ਼ਨ, ਕੋਰੋਜ਼ਨ ਅਤੇ ਰੈਂਸਿਡਿਟੀ, ਇਹ ਸਾਰੀਆਂ ਚੀਜ਼ਾਂ ਕਰਨ ਤੋਂ ਬਾਅਦ ਫਿਰ ਆਪਾਂ ਕੁਐਸਚਨਸ ਵੀ ਕਰਾਂਗੇ। ਕੁਐਸਚਨ ਤੁਹਾਡੀ ਅੰਡਰਸਟੈਂਡਿੰਗ ਨੂੰ ਬੈਟਰ ਬਣਾਉਣਗੇ, ਠੀਕ ਹੈ ਜੀ। ਹੁਣ ਆਪਾਂ ਪਹਿਲੇ ਗੱਲ ਕਰ ਲੈਂਦੇ ਹਾਂ ਕੈਮੀਕਲ ਇਕੁਏਸ਼ਨਸ ਕੀ ਹੁੰਦੀਆਂ ਨੇ। ਕੈਮੀਕਲ ਇਕੁਏਸ਼ਨਸ ਮਤਲਬ ਰਸਾਇਣਿਕ ਕਿਰਿਆਵਾਂ। ਰਸਾਇਣਿਕ ਕਿਰਿਆਵਾਂ ਕੀ ਹੁੰਦੀਆਂ ਨੇ? ਹੁਣ ਦੇਖੋ ਜੀ, ਜਿਵੇਂ ਆਹ ਕੈਮੀਕਲ ਰਿਐਕਸ਼ਨ ਹੈ, ਜਦੋਂ ਆਪਾਂ ਆਕਸੀਜਨ ਦੀ ਹੋਂਦ ਦੇ ਵਿੱਚ ਮੈਗਨੀਸ਼ੀਅਮ ਦਾ ਰਿਬਨ ਹੈ ਉਸਨੂੰ ਜਲਾਇਆ ਜਾਂਦਾ ਹੈ ਤਾਂ ਆਪਣੇ ਕੋਲ ਕੀ ਪੈਦਾ ਹੁੰਦਾ ਹੈ, ਮੈਗਨੀਸ਼ੀਅਮ ਆਕਸਾਈਡ, ਠੀਕ ਹੈ ਜੀ। ਹੁਣ ਇੰਨੀ ਵੱਡੀ ਗੱਲ ਨੂੰ ਲਿਖਣ ਨਾਲੋਂ ਕੀ ਕੀਤਾ ਜਾਂਦਾ ਹੈ, ਸਿੰਪਲ ਤਰੀਕੇ ਦੇ ਨਾਲ, ਇਸ ਤਰੀਕੇ ਦੇ ਨਾਲ ਲਿਖ ਦਿੱਤਾ ਜਾਂਦਾ ਹੈ ਤਾਂ ਇਹ ਆਪਣੇ ਕੋਲ ਕੀ ਬਣ ਗਈ, ਕੈਮੀਕਲ ਰਿਐਕਸ਼ਨ ਇਕੁਏਸ਼ਨ। ਕੈਮੀਕਲ ਇਕੁਏਸ਼ਨ ਯਾਨੀ ਕਿ ਰਸਾਇਣਿਕ ਕਿਰਿਆ, ਇਸ ਨੂੰ ਕਹਿੰਦੇ ਨੇ ਰਸਾਇਣਿਕ ਕਿਰਿਆ। ਇਸ ਤਰੀਕੇ ਦੇ ਨਾਲ ਇਸ ਨੂੰ ਲਿਖ ਦੇਣਾ, ਠੀਕ ਹੈ, ਸ਼ਬਦ ਸਮੀਕਰਨ ਦੇ ਵਿੱਚ। ਇੱਕ ਹੋਰ ਤਰੀਕਾ ਵੀ ਹੁੰਦਾ ਲਿਖਣ ਦਾ, ਅੱਗੇ ਜਾ ਕੇ ਦੱਸਾਂਗੇ। ਹੁਣ ਇਹ ਸਮਝ ਲਓ ਅਭਿਕਾਰਕ ਅਤੇ ਉਤਪਾਦ ਕੀ ਹੁੰਦਾ ਹੈ, ਯਾਨੀ ਕਿ ਰਿਐਕਟੈਂਟ ਅਤੇ ਪ੍ਰੋਡਕਟ। ਮੈਗਨੀਸ਼ੀਅਮ ਅਤੇ ਆਕਸੀਜਨ ਦੋਨੋਂ ਕੀ ਨੇ, ਰਿਐਕਟੈਂਟ ਨੇ, ਕਿਉਂਕਿ ਇਹ ਦੋਨੋਂ ਆਪਸ ਦੇ ਵਿੱਚ ਰਿਐਕਟ ਕਰ ਰਹੇ ਨੇ ਜਦੋਂ ਤੋਂ ਉਸ ਤੋਂ ਬਾਅਦ ਆਪਣੇ ਕੋਲ ਕੀ ਪਤਾ ਚੱਲ ਰਿਹਾ, ਆਪਣੇ ਕੋਲ ਕੀ ਬਣ ਰਿਹਾ, ਪ੍ਰੋਡਕਟ, ਠੀਕ ਹੈ ਜੀ। ਯਾਨੀ ਕਿ ਮੈਗਨੀਸ਼ੀਅਮ ਅਤੇ ਆਕਸਾਈਡ ਕੀ ਨੇ, ਆਕਸੀਜਨ ਕੀ ਨੇ, ਅਭਿਕਾਰਕ ਨੇ। ਇਹਨਾਂ ਦੋਵੇਂ ਅਭਿਕਾਰਕਾਂ ਦੇ ਨਾਲ ਕੀ ਹੋ ਰਿਹਾ, ਆਪਸ ਵਿੱਚ ਰਿਐਕਟ ਕਰ ਰਹੇ ਨੇ ਅਤੇ ਆਪਾਂ ਨੂੰ ਉਹ ਮੈਗਨੀਸ਼ੀਅਮ ਆਕਸਾਈਡ ਯਾਨੀ ਕਿ ਉਤਪਾਦ ਪੈਦਾ ਹੋ ਰਿਹਾ। ਸਮਝ ਆ ਗਿਆ ਜੀ। ਸੋ ਇੱਧਰ ਵਾਲੀ ਨੂੰ ਆਪਾਂ ਕੀ ਬੋਲਾਂਗੇ, ਰਿਐਕਟੈਂਟ, ਅਤੇ ਆਪਣੇ ਕੋਲ ਜੋ ਵੀ ਆਪਣੇ ਕੋਲ ਪ੍ਰੋਡਕਟ ਬਣਿਆ ਉਸ ਨੂੰ ਬੋਲਾਂਗੇ ਆਪਾਂ ਪ੍ਰੋਡਕਟ। ਰਿਐਕਟੈਂਟ ਅਤੇ ਪ੍ਰੋਡਕਟ, ਬਸ ਯਾਦ ਰੱਖਣਾ ਤੁਸੀਂ ਕੀ ਹੁੰਦਾ ਹੈ। ਨੈਕਸਟ ਆਪਾਂ ਗੱਲ ਕਰਾਂਗੇ ਸਕੈਲਟਨ ਕੈਮੀਕਲ ਰਿਐਕਸ਼ਨ ਕੀ ਹੁੰਦੀ ਹੈ। ਆ ਦੇਖੋ ਜੀ, ਮੈਗਨੀਸ਼ੀਅਮ ਅਤੇ ਆਕਸੀਜਨ ਨੂੰ ਜਦੋਂ ਜਲਾਇਆ ਜਾਂਦਾ ਹੈ ਤਾਂ ਮੈਗਨੀਸ਼ੀਅਮ ਆਕਸਾਈਡ ਬਣਦਾ ਹੈ, ਠੀਕ ਹੈ ਜੀ। ਹੁਣ ਇੱਧਰ ਦੇਖੋ, ਇੱਧਰ ਕੀ ਹੈ, ਮੈਗਨੀਸ਼ੀਅਮ ਦਾ ਇੱਕ ਅਣੂ ਹੈ, ਇੱਧਰ ਵੀ ਮੈਗਨੀਸ਼ੀਅਮ ਇੱਕ ਹੈ, ਬਟ ਇੱਧਰ ਆਕਸੀਜਨ ਕਿੰਨੇ ਨੇ, O2, ਯਾਨੀ ਕਿ ਇੱਧਰ 2 ਆਕਸੀਜਨ ਹੈ, ਇੱਧਰ ਇੱਕ ਆਕਸੀਜਨ ਹੈ। ਤਾਂ ਜਦੋਂ ਸਮੀਕਰਨ ਬੈਲੈਂਸ ਨਹੀਂ ਹੁੰਦੀ ਤਾਂ ਉਦੋਂ ਆਪਾਂ ਬੋਲਿਆ ਜਾਂਦਾ ਹੈ ਸਕੈਲਟਨ ਕੈਮੀਕਲ ਰਿਐਕਸ਼ਨ, ਯਾਨੀ ਕਿ ਰਸਾਇਣਿਕ ਸਮੀਕਰਨ ਕਿਹੜੀ ਹੈ, ਪਿੰਜਰ ਰਸਾਇਣਿਕ ਸਮੀਕਰਨ। ਸਮਝ ਆ ਗਿਆ? ਦੁਬਾਰਾ ਸਮਝਾਉਂਦੇ ਹਾਂ। ਇੱਥੇ ਮੈਗਨੀਸ਼ੀਅਮ ਇੱਕ ਹੈ, ਇੱਧਰ ਵੀ ਮੈਗਨੀਸ਼ੀਅਮ ਇੱਕ ਹੈ, ਇੱਧਰ ਆਕਸੀਜਨ ਕਿੰਨੇ ਨੇ, 2, O2 ਲਿਖਿਆ ਹੋਇਆ ਨਾ, 2 ਆਕਸੀਜਨ, ਇੱਧਰ ਸਿਰਫ O ਲਿਖਿਆ ਹੋਇਆ ਤਾਂ ਇਸ ਨੂੰ ਕੀ ਬੋਲਾਂਗੇ, 1 ਆਕਸੀਜਨ। ਇਸ ਕਰਕੇ ਇੱਧਰ ਅਗਰ 2 ਆਪਾਂ ਲਗਾ ਦਈਏ ਸਾਹਮਣੇ ਅਤੇ ਇੱਕ ਇੱਥੇ 2 ਲਾ ਦਈਏ, ਇੱਧਰ 2 ਮੈਗਨੀਸ਼ੀਅਮ ਹੋ ਗਿਆ, ਇੱਧਰ 2 ਹੋ ਗਿਆ, ਇੱਧਰ 2 ਆਕਸੀਜਨ, ਇੱਧਰ ਵੀ 2, ਤਾਂ ਇਹ ਕੀ ਹੈ, ਬੈਲੈਂਸਡ ਇਕੁਏਸ਼ਨ ਹੋ ਗਈ। ਬਟ ਹੁਣ ਕੀ ਹੈ, ਇਹ ਸਕੈਲਟਨ ਪਿੰਜਰ ਕੈਮੀਕਲ ਰਿਐਕਸ਼ਨ ਹੈ, ਠੀਕ ਹੈ ਜੀ। ਸਮਝ ਆ ਗਿਆ? ਨੈਕਸਟ ਆਪਾਂ ਚੱਲਦੇ ਹਾਂ ਟਾਈਪਸ ਆਫ ਕੈਮੀਕਲ ਰਿਐਕਸ਼ਨਸ। ਰਸਾਇਣਿਕ ਕਿਰਿਆਵਾਂ ਦੀ ਕਿਸਮਾਂ ਲਿਖੀਆਂ ਹੋਈਆਂ ਨੇ ਥੱਲੇ, ਕਿਹੜੀਆਂ ਹੁੰਦੀਆਂ। ਪਹਿਲੀ ਹੈਗੀ ਹੈ ਕੰਬੀਨੇਸ਼ਨ ਰਿਐਕਸ਼ਨ ਯਾਨੀ ਕਿ ਸੰਯੋਜਨ ਕਿਰਿਆ,
ਡੀਕੰਪੋजिशन रिएक्शन अपघटन क्रिया, डिसप्लेसमेंट रिएक्शन, डबल डिसप्लेसमेंट ते रिडॉक्स। इन्हों आप एक एक करके समझते हैं। सब तो पहला करते हैं कॉम्बीनेशन रिएक्शन। कॉम्बीनेशन रिएक्शन के की होंदा है, हुण इस कैमिकल रिएक्शन को ध्यान दे नाल देखो। इस दे विच कैल्शियम ऑक्साइड ते वाटर दो चीज़ां ने जिहड़ियां आपस दे विच क्रिया कर रही हैं, ठीक है जी। तो आपां नूं की पैदा हो रहा है, कैल्शियम डाइऑक्साइड हाइड्रोक्साइड, ठीक है जी। अजिही रसायनिक क्रिया वा जिस दे विच दो या दो तो वध अभिकारक ਜਿਹੀ क्रिया जिस दे विच दो या दो तो वध रिएक्टेंट आपस विच मिल के एक सिर्फ ओनली सिंगल प्रोडक्ट पैदा करते हैं, उसको संयोजन क्रिया कहा जाता है। तो समझ आ गया। कॉम्बीनेशन रिएक्शन संयोजन रिएक्शन वो होंगी है जिस दे विच दो या दो तो वध प्रोडक्ट मिल के एक दो या दो तो वध रिएक्टेंट मिल के एक प्रोडक्ट तैयार करते हैं, उसको कहते हैं कॉम्बीनेशन रिएक्शन, ठीक है जी। वीडियो स्लो हो रही है, तुम फास्ट कर सकते हो, वीडियो फास्ट करके देख लो। और नैक्सट इक्वेशन अपने को कैल्शियम हाइड्रोक्साइड के पानी में मिश्रण में दीवारों में सफेदी करने वरता जाता है। आपको पता है जो गन्ना के उत्ते चूना किया जाता है वो की होंगे कैल्शियम हाइड्रोक्साइड होंगे, हाँ जी। CaOH2 यानी कि कैल्शियम हाइड्रोक्साइड होंगे जो आप दीवारों तक फेरते हैं। तो कैल्शियम हाइड्रोक्साइड हवा के मौजूद कार्बन डाइऑक्साइड नाल रिएक्ट करके की बनाता कैल्शियम कार्बोनेट। दोबारा समझाती हैं, सारे के घर के चूना बजते हुए देखा जाएगा। आप चूना लियाते हैं कैल्शियम ऑक्साइड लिया के उसके आप करते हैं वाटर ऐड। जो वाटर ऐड करते हैं बहुत ज़्यादा ताप ऊर्जा पैदा होती है ना, हीट निकलती है ना, तो वो बन जाता कैल्शियम हाइड्रोक्साइड, पेंट जो वागू बन जाता गिला गिला जा। फिर उसी कैल्शियम हाइड्रोक्साइड में आप कंधा ते फेर देंगे। सो एटमोसफेयर के होंगी है कार्बन डाइऑक्साइड। सो कैल्शियम हाइड्रोक्साइड तो कैल्शियम कार्बन डाइऑक्साइड रिएक्ट करके की बनाते हैं कैल्शियम कार्बोनेट, यानी कि जो सुक जाता है ना चूना जो होंगे कैल्शियम कार्बोनेट, तो वाटर जोड़ा है वेपर बन के उठ जाता है, ठीक है जी। ये सी कैमिकल रिएक्शन, इन्हों याद रख लो। तो कैल्शियम हाइड्रोक्साइड तो कार्बन डाइऑक्साइड की बनाते कैल्शियम कार्बोनेट। संगमरमर का रसायनिक सूत्र है CaCO3, यह है संगमरमर का रसायनिक सूत्र, इन्हों याद रख लो। संगमरमर का रसायनिक सूत्र है CaCO3 यानी कि कैल्शियम कार्बोनेट। नैक्सट आप गल करते हैं एक्सोथर्मिक रिएक्शन। एक्सोथर्मिक रिएक्शन में अगर तुहानूं सिंपल भाषा के कहां ताप निकासी क्रिया वो होंगी है जिस जो यह क्रिया वापर रही होंगी है तो उस टाइम पर हीट निकलती है, ताप पैदा होता है। जिवें आह वाली रिएक्शन एक्सोथर्मिक रिएक्शन है आह वाली, क्योंकि इस क्रिया के विच ताप निकल रहा है, हीट निकल रही है, ठीक है जी। समझ आ गया सिंपल लैंग्वेज के। जिस रसायनिक क्रिया के उत्पादों की उत्पत्ति के नाल नाल ताप ऊर्जा भी पैदा होती है, उसको ताप निकासी क्रिया कहते हैं। जिवें कुदरती गैस का चलना, जो कुदरती गैस चलती है तो उस टाइम पर हीट प्रोड्यूस होती है, उसको आप कहते हैं एक्सोथर्मिक या फिर ताप निकासी क्रिया। नैक्सट आप गल करते हैं डीकंपोजिशन रिएक्शन यानी कि अपघटन क्रिया। अपघटन क्रिया के की होंगे है, देखो जी, FeSO4 यानी कि फोरस सल्फेट में जो गर्म किया गया तो अपने को तीन प्रोडक्ट मिले, बस यही अपनी है अपघटन। अपघटन मीनस टुटना। जो एक कला प्रोडक्ट एक कला रिएक्टेंट जो टुटता है, ठीक है जी, अलग अलग प्रोडक्ट पैदा होंगे हैं, उसमें आप बोलते हैं डीकंपोजिशन रिएक्शन, ठीक है जी। मैं देखो होर एग्जाम्पल ले लो, एक होर CaCO3 को हीट किया तो CaO तो कार्बन डाइऑक्साइड बन गई, ठीक है जी। यानी कि एक रिएक्टेंट दो प्रोडक्ट अपने को बन गए। सेम ये भी आही चीज़ है, एक प्रोडक्ट है एक रिएक्टेंट है तीन प्रोडक्ट। जो एक रिएक्टेंट इन्ने ज़्यादा प्रोडक्ट पैदा कर रहा है तो वो की होगी डीकंपोजिशन रिएक्शन होगी। एवं ही सिल्वर ब्रोमाइड AgCl2 बन गया AgBr का AgBr2। जो सिल्वर क्लोराइड है यानी कि जो AgCl है, यह धुप्प दे विच ना सूरज के प्रकाश के ग्रे कलर का हो जाता है। और इन्होंने दोवों रिएक्शनों की वरतों पता कितने की जाती है, AgCl तो AgBr, इन्होंने दोवों की वरतों काली चिट्टी फोटोग्राफी की जाती है, ब्लैक एंड वाइट फोटोग्राफी के। नैक्सट आप गल करते हैं एंडोथर्मिक। जिवें एक्सोथर्मिक किया सो उवें एंडोथर्मिक यानी कि ताप सौखी क्रिया किहड़ी होंदी है। ताप सौखी क्रिया वो होंदी है अपघटन क्रियावां विच अभिकारकां नूं तोड़न लई ताप ऊर्जा या फिर बिजली ऊर्जा की जरूरत पैंदी है। और रसायनिक क्रियावां जिन्हां विच ताप ऊर्जा सौखित होंदी है। यह रिएक्शनस नूं करन दे लई ताप ऊर्जा की सौखी गई आ। तुसीं देख सकते हो फैरस सल्फेट नूं जदों आपां तोड़ना डीकंपोजिशन रिएक्शन करन तां आपां नूं हीट देनी पएगी। ये की करदा फैरस सल्फेट हीट नूं सोख रहा है। सेम CaCO3 भी हीट नूं सोख रहा है, AgCl भी तो AgBr भी, ठीक है जी। यह है एंडोथर्मिक रिएक्शन जिस दे विच ताप ऊर्जा सौखी जाती है, हीट लई जाती है, सौखी जाती है, उसको आप बोलते हैं ताप सौखी क्रिया। एक चीज़ होर याद रखनी है, कॉम्बीनेशन रिएक्शन जी ना ताप ऊर्जा पैदा होती है
ਡੀਕੰਪੋजिशन रिएक्शन ਦੇ ਵਿੱਚ ਤਾਪ ਊਰਜਾ ਸੌਖੀ ਜਾਂਦੀ ਹੈ। ਬਸ ਇਹ 2 ਚੀਜ਼ਾਂ ਤੁਸੀਂ ਯਾਦ ਰੱਖਣੀਆਂ, ਇਹ ਵੈਰੀ ਇੰਪੋਰਟੈਂਟ ਹੈ, ਇਸ ਤੇ ਬੇਸ ਕੁਐਸਚਨ ਹੈ ਇਸ ਪੇਪਰ ਦੇ ਵਿੱਚ। ਨੈਕਸਟ ਆਪਾਂ ਗੱਲ ਕਰਦੇ ਹਾਂ ਡਿਸਪਲੇਸਮੈਂਟ ਰਿਐਕਸ਼ਨ। ਡਿਸਪਲੇਸਮੈਂਟ ਰਿਐਕਸ਼ਨ ਦੇ ਵਿੱਚ ਦੇਖੋ ਮੈਂ ਤੁਹਾਨੂੰ 2 ਪਿਕਚਰਸ ਲਗਾਈਆਂ ਨੇ, ਠੀਕ ਹੈ ਜੀ। ਇਹ ਕਾਪਰ ਸਲਫੇਟ ਦਾ ਸੋਲੂਸ਼ਨ ਹੈ, ਬਲੂ ਕਲਰ ਦਾ, ਹੈ ਨਾ। ਇਸ ਦੇ ਵਿੱਚ 2 ਲੋਹੇ ਦੀਆਂ ਮੇਖਾਂ ਲੱਗੀਆਂ ਹੋਈਆਂ, 2 ਲੋਹੇ ਦੀਆਂ ਮੇਖਾਂ, ਠੀਕ ਹੈ। ਕਾਪਰ ਸਲਫੇਟ ਦੇ ਸੋਲੂਸ਼ਨ ਜਦੋਂ ਆਪਾਂ ਨੂੰ ਬਾਹਰ ਕੱਢਿਆ, ਲੋਹੇ ਦੀਆਂ ਮੇਖਾਂ ਦੇਖੋ ਪਹਿਲੇ ਆਹ ਕਲਰ ਦੀਆਂ ਸੀ, ਜਦੋਂ ਬਾਹਰ ਕੱਢੀਆਂ ਤਾਂ ਇਹਨਾਂ ਦਾ ਕਲਰ ਦੇਖੋ, ਪਹਿਲੇ ਸੋਲੂਸ਼ਨ ਬਲੂ ਕਲਰ ਦਾ ਸੀ, ਬਾਅਦ ਦੇ ਵਿੱਚ ਦੇਖੋ ਕਲਰ ਚੇਂਜ ਹੋ ਗਿਆ। ਇਹ ਚੀਜ਼ਾਂ Fe ਕਿਉਂਕਿ ਲੋਹੇ ਨੂੰ ਜਦੋਂ ਕਾਪਰ ਸਲਫੇਟ ਦੇ ਸੋਲੂਸ਼ਨ 'ਚ ਰੱਖਿਆ ਤਾਂ ਆਇਰਨ ਸਲਫੇਟ ਬਣ ਗਿਆ। ਕੀ ਬਣ ਗਿਆ? ਆਇਰਨ ਸਲਫੇਟ। यानी कि सोल्यूशन इसलिए कलरलैस है क्योंकि आयरन सल्फेट बन चुका है, तो कॉपर जी है कॉपर को बाहर कढ़ दिता गया है, कॉपर गई बाहर। इस रिएक्शन बोलते हैं डिसप्लेसमेंट, यानी कि विस्थापित करना, ठीक है। कॉपर को बाहर कढ़ता, सोल्यूशन की बन गया आयरन सल्फेट, आयरन तो सल्फेट बन गया सोल्यूशन, इस कहते हैं डिसप्लेसमेंट रिएक्शन। नैक्सट आप गल करते हैं डबल डिसप्लेसमेंट। डबल डिसप्लेसमेंट के की होंगे वो रसायनिक क्रिया वा जिस विच आयना की अदला बदली होंगी है। मैं दसदी किवें, Na2 जड़ा सोडियम है वो जुड़ जाएगा Cl के नाल। आ देखो रिएक्शन Na जड़ा है वो जुड़ जाएगा Cl के नाल, जड़ा Ba है वो जुड़ जाएगा सल्फेट के नाल, एवं यानी कि आयना की अदला बदली होगी, इसको कहते हैं डबल डिसप्लेसमेंट। नैक्सट आप गल करते हैं ऑक्सीडेशन ते रिडक्शन की। जो कोई वस्तु ऑक्सीजन प्राप्त करती है तो उसको ऑक्सीकरण, जो कोई वस्तु ऑक्सीजन गवा देती है तो उसको लघुकरण कहते हैं। ऑक्सीडेशन मतलब ऑक्सीकरण, रिडक्शन मतलब लघुकरण। जिवें इस रिएक्शन के विच Cu कॉपर ने ऑक्सीजन को ले लिया है तो यह रिएक्शन होगी ऑक्सीडेशन, क्योंकि कॉपर ने ऑक्सीजन ले ली है। इस दे विच कॉपर ने ऑक्सीजन को छड़ दिता है तो यह होगी रिडक्शन, ठीक है जी। रिडॉक्स रिएक्शन होती है जिस दे विच ऑक्सीकरण भी होवे ते लघुकरण दोनों प्रोसैस हो। Cu ने ऑक्सीजन को छड़ता तो हो गया रिडक्शन, बट वाटर फिर हाइड्रोजन ने ऑक्सीजन ले ली तो हो गया ऑक्सीकरण। वो रिएक्शन जिस विच ऑक्सीकरण भी होवे ते लघुकरण भी होवे उसको की बोलते हैं रिडॉक्स रिएक्शन। क्रोजन का तुहानूं पता ही की होंदा है, खोरन, लोहे नूं जंग लगना, ये की है क्रोजन। कोई भी कई धातां इहो जिहियां होंदियां जिहड़ियां अपनी चमक नूं गवा बैठदियां ने, जिवें कॉपर ते सिल्वर, कॉपर ते सिल्वर का भी यही हाल हो जाता है, ठीक है जी। नैक्सट आप गल करते हैं रैंसिडिटी यानी कि दुर्गंधता। रैंसिडिटी यानी कि दुर्गंधता की होती है। तुम टमाटर देख रहे हो, टमाटर हौली हौली देखो क्यों, टमाटर जो गल जाता है अंदरों है ना, तो उस टाइम तो स्मैल आनी शुरू हो जाती है, बहुत ही गंदी बदबू आती है ना, क्योंकि जो चर्बी ते जो चर्बी तो तेल का ऑक्सीकरण हो जाता है, ऑक्सीजन का रिएक्शन होती है तो वो दुर्गंध देने लग जाते हैं, स्मैल आने लग जाती है। इस करके कई चीज़ां होंदियां ने जिहड़े चर्बी ते तेल वाले खाण वाले पदार्थ होंदे ने उन्होंने की रखा जाता है, डब्बा बंद करके रखा जाता है जिस दे विच ताकि उन्होंने ऑक्सीजन की मात्रा घट मिले, ठीक है जी, ताकि ऑक्सीजन तो बचाया जा सके उसको। जिवें चिप्स बनाने वाले तुसीं लिफाफे देखे होणगे उन्होंने विचों ना ऑक्सीजन कट के नाइट्रोजन गैस भर देंदे ने ताकि चिप्सां का ऑक्सीकरण ना हो सके तो चिप्स खराब ना हो जाए। थैंक्स फॉर वॉचिंग।